ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟੱਡੀ ਐਟ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਅੱਜ ਤੋਂ ਆਪਾਂ ਹੁਣ PT+B ਕਲਰਕ ਦੇ ਪੇਪਰ ਅਤੇ FCI ਵਾਚਮੈਨ ਦੇ ਪੇਪਰ ਦੀ ਜਿਹੜੀ ਤਿਆਰੀ ਆ ਉਹ ਸ਼ੁਰੂ ਕਰ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਕਿ ਅਸੀਂ ਤੁਹਾਨੂੰ ਵਾਰ ਅਟੈਂਡੈਂਟ ਦੇ ਪੇਪਰ ਦੀ ਤਿਆਰੀ ਕਰਵਾਈ ਸੀ, ਠੀਕ ਹੈ। ਲਗਭਗ ਪੂਰਾ ਪੇਪਰ ਜਿਹੜਾ VOHS ਨੇ ਲਿਆ ਉਹ ਸਾਰੇ ਕੁਐਸਚਨ 90 ਦੇ 90 ਕੁਐਸਚਨ ਆਪਣੀਆਂ ਹੀ ਵੀਡੀਓਜ਼ ਵਿੱਚੋਂ ਜਿਹੜੇ ਕਵਰ ਹੋ ਗਏ ਸਨ। ਇਸ ਲਈ ਸਟੂਡੈਂਟ ਦੀ ਮੰਗ ਅਨੁਸਾਰ ਅਸੀਂ PT+B ਕਲਰਕ ਦੇ ਪੇਪਰ ਅਤੇ FCI ਜਿਹੜਾ ਵਾਚਮੈਨ ਦਾ ਪੇਪਰ ਤੁਹਾਡਾ ਹੋਣਾ ਹੈ ਉਸ ਦੀ ਤਿਆਰੀ ਜਿਹੜੀ ਸ਼ੁਰੂ ਕਰ ਰਹੇ ਹਾਂ। ਇਹਨਾਂ ਦੋਹਾਂ ਪੇਪਰਾਂ ਵਿੱਚ ਜਿਵੇਂ ਕਿ ਕਲਰਕ ਦੇ ਪੇਪਰ ਜਿਹੜੀ GK ਆਉਣੀ ਹੈ ਉਹ 10th ਲੈਵਲ ਤੱਕ ਦੀ ਆਉਣੀ ਹੈ ਅਤੇ FCI ਵਾਚਮੈਨ ਦੇ ਪੇਪਰ 'ਚ ਜਿਹੜੀ GK ਆਉਣੀ ਹੈ ਉਹ 8th ਲੈਵਲ ਤੱਕ ਆਉਣੀ ਹੈ। ਲਗਭਗ ਦੋਹਾਂ ਦੀ GK ਮਿਲਦੀ ਹੀ ਹੈ, ਇਸ ਕਰਕੇ ਦੋਹਾਂ ਦੀ ਜਿਹੜੀ GK ਦੀ ਤਿਆਰੀ ਉਹ ਆਪਾਂ ਇਕੱਠੀ ਹੀ ਸ਼ੁਰੂ ਕਰ ਰਹੇ ਹਾਂ। ਅੱਜ ਦੀ ਇਸ ਵੀਡੀਓ 'ਚ ਤੁਹਾਡੇ ਪੋਲਿਟੀ, ਕੌਂਸਟੀਟਿਊਸ਼ਨ, ਸੰਵਿਧਾਨ ਦੇ ਬੈਸਟ 50 ਕੁਐਸਚਨ ਆਉਣਗੇ। ਅਸੀਂ ਤੁਹਾਨੂੰ ਸਿਰਫ ਪੰਜਾਬੀ ਵਿੱਚ ਕਲਰਕ ਦੇ ਸਟੱਡੀ ਨੋਟਸ ਅਤੇ ਕਲਰਕ ਦੇ 5 ਮੌਕ ਟੈਸਟ ਪੰਜਾਬੀ ਵਿੱਚ ਹੀ ਅਤੇ FCI ਵਾਚਮੈਨ ਦੇ ਸਟੱਡੀ ਨੋਟਸ ਵੀ ਪੰਜਾਬੀ ਵਿੱਚ ਪ੍ਰੋਵਾਈਡ ਕਰਵਾ ਰਹੇ ਹਾਂ। ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ PT+B ਕਲਰਕ ਦੇ 5 ਮੌਕ ਟੈਸਟ ਪੰਜਾਬੀ ਭਾਸ਼ਾ ਵਿੱਚ, 2 ਮੌਕ ਟੈਸਟ ਇੰਗਲਿਸ਼ ਵਿੱਚ। ਇਸ ਤੋਂ ਇਲਾਵਾ ਸਟੱਡੀ ਮਟੀਰੀਅਲ PDFs ਦੇ ਰੂਪ ਵਿੱਚ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 249 ਰੁਪਏ ਦੇ ਵਿੱਚ। ਇਸ ਤੋਂ ਇਲਾਵਾ FCI ਵਾਚਮੈਨ ਦੇ GK ਦੇ ਸਟੱਡੀ ਨੋਟਸ ਪੰਜਾਬੀ ਵਿੱਚ ਪਲੱਸ 2 ਮੌਕ ਟੈਸਟ ਇੰਗਲਿਸ਼ ਵਿੱਚ ਜਿਹੜੇ ਇਹ 149 ਰੁਪਏ ਦੇ ਵਿੱਚ ਮਿਲਣਗੇ। ਤੁਸੀਂ ਸਾਡੇ ਵੱਲੋਂ ਤਿਆਰ ਕੀਤੇ ਸਟੱਡੀ ਨੋਟਸ ਅਤੇ ਮੌਕ ਟੈਸਟਾਂ ਦੀ ਕੁਆਲਿਟੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਅਸੀਂ ਵਾਰ ਅਟੈਂਡੈਂਟ ਦੇ 5 ਮੌਕ ਟੈਸਟ ਤਿਆਰ ਕੀਤੇ ਸੀ, ਜਿਨ੍ਹਾਂ ਵਿੱਚੋਂ 5 ਮੌਕ ਟੈਸਟਾਂ ਵਿੱਚ 90 ਗੁਣਾ 5 450 ਕੁਐਸਚਨ ਬਣਦਾ ਸੀ, ਜਿਨ੍ਹਾਂ ਵਿੱਚੋਂ ਸਿੱਧੇ 30 ਕੁਐਸਚਨ ਸਾਡੇ 5 ਮੌਕ ਟੈਸਟਾਂ ਵਿੱਚੋਂ ਹੀ ਸਿੱਧੇ ਪੇਪਰ ਵਿੱਚ ਆ ਗਏ ਸਨ। ਇਸ ਤੋਂ ਇਲਾਵਾ ਬਾਕੀ ਦਾ ਜਿੰਨਾ ਪੇਪਰ ਰਹਿ ਗਿਆ ਸੀ ਸਾਰੇ ਕੁਐਸਚਨ ਇੱਕਾ ਦੁੱਕਾ ਕੁਐਸਚਨ ਨੂੰ ਛੱਡ ਕੇ ਸਾਰੇ ਹੀ ਸਾਡੇ ਵੱਲੋਂ ਤਿਆਰ ਕੀਤੀਆਂ ਸਟੱਡੀ ਵੀਡੀਓਜ਼ ਜਿਹੜੀਆਂ ਵਾਰ ਅਟੈਂਡੈਂਟ ਦੇ ਲਈ ਤਿਆਰ ਕੀਤੀਆਂ ਸਨ, ਪਿਛਲੇ 1 ਸਾਲ ਤੋਂ ਤਿਆਰੀ ਕਰਵਾਉਂਦੇ ਆ ਰਹੇ ਸੀ, ਉਹਨਾਂ ਵਿੱਚੋਂ ਹੀ ਸਾਰਾ ਕੁਝ ਕੰਪਲੀਟ ਜਿਹੜਾ ਹੋ ਗਿਆ ਸੀ। ਕੋਈ ਵੀ ਪੇਪਰ 'ਚੋਂ ਕੁਐਸਚਨ ਬਾਹਰੋਂ ਨਹੀਂ ਸੀ। ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ PT+B ਕਲਰਕ ਦੇ FCI ਵਾਚਮੈਨ ਦੇ ਪੇਪਰ ਵਿੱਚ ਵੀ ਅਜਿਹਾ ਹੋਣ ਦੀ ਸੰਭਾਵਨਾ ਹੋਵੇ। ਪਰਮਾਤਮਾ ਕਰੇ ਕਾਫੀ ਹਿੱਸਾ ਪੇਪਰ ਦਾ ਇਹਨਾਂ ਨੋਟਸ ਵਿੱਚੋਂ ਹੀ ਕੰਪਲੀਟ ਹੋ ਜਾਵੇ ਤਾਂ ਕਿ ਜਿਹੜੇ ਸਟੂਡੈਂਟ ਇਸ ਤੋਂ ਮਿਹਨਤ ਕਰਨਗੇ ਉਹਨਾਂ ਨੂੰ ਵਧੀਆ ਇਸ ਦਾ ਰਿਜ਼ਲਟ ਮਿਲੇ। ਬਾਕੀ ਇਸ ਦੇ ਲਈ ਤੁਸੀਂ ਪੇ ਕਿਵੇਂ ਕਰਨਾ, ਤੁਹਾਡੀ ਸਕਰੀਨ ਉੱਤੇ ਨੰਬਰ ਦਿੱਤੇ ਹੋਏ ਹਨ 9041815272। ਸਿਰਫ ਓਨਲੀ ਔਨ WhatsApp ਕਰਨਾ ਹੈ ਤੁਸੀਂ ਇਸ ਉੱਤੇ ਤੁਸੀਂ ਪੇ ਕਿਵੇਂ ਕਰਨਾ ਹੈ। ਪੇਮੈਂਟ ਜਿਹੜੀ ਤੁਸੀਂ ਗੂਗਲ ਪੇ, Paytm, ਫੋਨਪੇ ਕਿਸੇ ਵੀ ਤਰ੍ਹਾਂ ਕਰ ਸਕਦੇ ਹੋ। ਉਹ ਪੇਮੈਂਟ ਕਰਨ ਤੋਂ ਬਾਅਦ ਤੁਸੀਂ ਸਕਰੀਨਸ਼ਾਟ ਭੇਜਣਾ ਹੈ ਉਸ ਨੰਬਰ ਉੱਤੇ WhatsApp ਅਤੇ ਨਾਲ ਦੀ ਨਾਲ ਦੱਸਣਾ ਹੈ ਕਿ ਤੁਹਾਨੂੰ ਕਿਹੜੇ ਮੌਕ ਟੈਸਟ ਚਾਹੀਦੇ ਹਨ, 249 PT+B ਕਲਰਕ ਜਾਂ ਫਿਰ FCI ਵਾਚਮੈਨ ਵਾਲੇ, ਠੀਕ ਹੈ। ਉਹ ਤੁਹਾਨੂੰ ਮਿਲ ਜਾਣਗੇ। PT+B ਕਲਰਕ ਦੇ ਲਈ ਅਸੀਂ ਸਿਰਫ ਹਲੇ ਸਟੱਡੀ ਮਟੀਰੀਅਲ ਮੁਹੱਈਆ ਕਰਵਾ ਰਹੇ ਹਾਂ। ਜਿਹੜੇ 5 ਮੌਕ ਟੈਸਟ ਪੰਜਾਬੀ ਵਿੱਚ ਹਨ ਉਹ ਸਿਲੇਬਸ ਆਉਣ ਤੋਂ ਬਾਅਦ ਮਿਲਣਗੇ। 2 ਮੌਕ ਟੈਸਟ ਅਸੀਂ ਤੁਹਾਨੂੰ ਨਾਲ ਦੀ ਨਾਲ ਦੇ ਦੇਵਾਂਗੇ ਕਿਉਂਕਿ ਸਿਲੇਬਸ ਦੇ ਪੈਟਰਨ ਮੁਤਾਬਕ ਅਸੀਂ ਜਿਹੜਾ ਤੁਹਾਡਾ ਮੌਕ ਟੈਸਟ ਹੈ ਉਹ ਤਿਆਰ ਕਰਾਂਗੇ। ਬਾਕੀ ਜਿਹੜੇ ਬੈਂਕ ਥਰੂ ਪੇਮੈਂਟ ਕਰਨਾ ਚਾਹੁੰਦੇ ਹਨ, ਬੈਂਕ ਦਾ ਤੁਹਾਨੂੰ ਨੰਬਰ ਦਿਖ ਰਿਹਾ IFSC ਵਗੈਰਾ, ਉੱਥੋਂ ਜਿਹੜੇ ਪੇਮੈਂਟ ਤੁਸੀਂ ਕਰ ਸਕਦੇ ਹੋ। WhatsApp ਕਰੋ 9041815272, ਤੁਹਾਨੂੰ ਸਾਰੀ ਡਿਟੇਲ ਮਿਲ ਜਾਵੇਗੀ। ਕੁਐਸਚਨ ਨੰਬਰ 1, ਭਾਰਤ ਦੇ ਰਾਸ਼ਟਰੀ ਗਾਨ ਦਾ ਐਂਥਮ ਨੂੰ ਕਿਸ ਨੇ ਲਿਖਿਆ ਹੈ? ਠੀਕ ਹੈ, ਇਹ ਆਨਸਰ ਦੇਣਾ ਆਪਾਂ ਨੇ। 4 ਆਪਸ਼ਨ ਆਪਣੀ ਸਕਰੀਨ ਉੱਤੇ ਨੇ। ਸਹੀ ਆਨਸਰ ਹੈ ਜਿਹੜਾ ਇਸ ਦਾ ਹੋਵੇਗਾ ਰਵਿੰਦਰਨਾਥ ਟੈਗੋਰ, ਠੀਕ ਹੈ। ਅਗਲਾ ਆਪਣੇ ਕੋਲ ਦੂਜੇ ਨੰਬਰ ਕੁਐਸਚਨ ਆ ਜਾਂਦਾ ਹੈ, ਸਾਡਾ ਰਾਸ਼ਟਰੀ ਗਾਨ ਕਿਹੜਾ ਹੈ? ਠੀਕ ਹੈ। ਕੁਐਸਚਨ ਨੰਬਰ 2, ਰਾਸ਼ਟਰੀ ਗਾਨ ਕਿਹੜਾ ਹੈ? ਪਤਾ ਹੀ ਹੋਣਾ ਤੁਹਾਨੂੰ ਸਾਰਿਆਂ ਨੂੰ, ਕਈ ਵਾਰੀ ਇੱਦਾਂ ਦੇ ਕਾਮਨ ਕੁਐਸਚਨ ਹੀ ਪੁੱਛ ਲਏ ਜਾਂਦੇ ਆ। ਜਨ ਗਣ ਮਨ ਅਧਿਨਾਇਕ, ਠੀਕ ਹੈ, ਇਹਨਾਂ ਵਿੱਚੋਂ। ਕੁਐਸਚਨ ਨੰਬਰ 3 ਤੁਹਾਡੀ ਸਕਰੀਨ ਉੱਤੇ ਹੈ, ਦੇਖ ਸਕਦੇ ਹੋ। ਭਾਰਤ ਦਾ ਰਾਸ਼ਟਰੀ ਜਾਨਵਰ ਕਿਹੜਾ ਹੈ? ਚਿੱਤਾ, ਠੀਕ ਹੈ। ਅਗਲਾ, ਭਾਰਤ ਦਾ ਰਾਸ਼ਟਰੀ ਪੰਛੀ ਕਿਹੜਾ ਹੈ? ਕੁਐਸਚਨ ਨੰਬਰ 4 ਹੈਗਾ ਮੋਰ। ਅਗਲਾ ਕੁਐਸਚਨ ਆਪਣੇ ਕੋਲ, ਭਾਰਤ ਦਾ ਰਾਸ਼ਟਰੀ ਫੁੱਲ ਕਿਹੜਾ ਹੈ? ਇਹ ਹੈ ਕਮਲ ਦਾ ਫੁੱਲ, ਠੀਕ ਹੈ। ਅਗਲਾ ਕੁਐਸਚਨ ਆਪਣੇ ਕੋਲ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਦਾ ਲੇਖਕ ਕੌਣ ਸੀ? ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਾਫੀ ਵਾਰ ਐਗਜ਼ਾਮ ਵਿੱਚ ਆਇਆ ਹੋਇਆ ਇਹ ਕੁਐਸਚਨ, ਠੀਕ ਹੈ। ਇਹਨਾਂ ਦੇ ਸੀਗੇ ਮੁਹੰਮਦ ਇਕਬਾਲ। ਅਗਲਾ ਕੁਐਸਚਨ ਆਪਣੇ ਕੋਲ, ਬੰਦੇ ਮਾਤਰਮ ਕਿਸ ਨੇ ਲਿਖਿਆ? ਇਹ ਵੀ ਇੰਪੋਰਟੈਂਟ ਕੁਐਸਚਨ ਹੈ, ਕਾਫੀ ਵਾਰ ਆ ਜਾਂਦਾ ਐਗਜ਼ਾਮ ਵਿੱਚ। ਬੰਦੇ ਮਾਤਰਮ ਹੈ ਜਿਹੜਾ ਉਹ ਬੰਕਿਮ ਚੰਦਰ ਚੈਟਰਜੀ ਨੇ ਲਿਖਿਆ, ਠੀਕ ਹੈ। ਅਗਲਾ ਕੁਐਸਚਨ ਆਪਣੇ ਕੋਲ, ਸਾਡੇ ਰਾਸ਼ਟਰੀ ਝੰਡੇ ਵਿੱਚ ਉੱਪਰੋਂ ਥੱਲੇ ਰੰਗ ਹਨ, ਕਿਹੜੇ ਕਿਹੜੇ ਹੈ? ਇਹ ਆਪਣੇ ਸਿਮੈਟਰੀ ਵਾਈਜ਼ ਦੱਸਣੇ ਹੈ। ਪਹਿਲਾ ਆਉਂਦਾ ਕੇਸਰੀ, ਫਿਰ ਚਿੱਟਾ, ਫਿਰ ਹਰਾ, ਠੀਕ ਹੈ। ਇਹ ਸਹੀ ਆਨਸਰ ਹੈ। ਅਗਲਾ ਕੁਐਸਚਨ ਆਪਣੇ ਕੋਲ 9th ਕੁਐਸਚਨ ਆ ਗਿਆ, ਭਾਰਤ ਦੇ ਰਾਸ਼ਟਰੀ ਚਿੰਨ੍ਹ ਹੇਠ ਲਿਖਿਆਂ 'ਚੋਂ ਕਿਹੜੇ ਹਨ? ਠੀਕ ਹੈ, ਦੱਸਣਾ ਆਪਾਂ ਨੇ। ਰਾਸ਼ਟਰੀ ਚਿੰਨ੍ਹ ਹੇਠ ਲਿਖਿਆਂ 'ਚ ਕਿਹੜਾ ਸ਼ਬਦ ਹੈ ਜਿਹੜਾ ਲਿਖਿਆ ਹੋਇਆ ਹੈ ਰਾਸ਼ਟਰੀ ਚਿੰਨ੍ਹ 'ਤੇ? ਉਹ ਹੈ ਸੱਤਿਆਮੇਵ ਜਯਤੇ। ਅਗਲਾ ਕੁਐਸਚਨ, ਭਾਰਤ ਦੇ ਰਾਸ਼ਟਰੀ ਚਿੰਨ੍ਹ ਨੂੰ ਕਦੋਂ ਅਪਣਾਇਆ ਗਿਆ? ਬਹੁਤ ਇੰਪੋਰਟੈਂਟ ਹੈ, ਇਹ ਵੀ ਆ ਜਾਂਦਾ ਐਗਜ਼ਾਮ ਵਿੱਚ। ਰਾਸ਼ਟਰੀ ਚਿੰਨ੍ਹ ਨੂੰ ਜਿਹੜਾ 26 ਜਨਵਰੀ 1950 ਨੂੰ ਅਪਣਾਇਆ ਗਿਆ। ਅਗਲਾ ਕੁਐਸਚਨ, ਭਾਰਤ ਦੇ ਰਾਸ਼ਟਰੀ ਚਿੰਨ੍ਹ ਦੇ ਮੂਲ ਸਤੰਭ ਵਿੱਚ ਕਿੰਨੇ ਸ਼ੇਰ ਹਨ? ਬਹੁਤ ਇੰਪੋਰਟੈਂਟ ਹੈ, 3 ਨਹੀਂ ਹੈਗੇ ਇੱਥੇ, 4 ਹੈ, ਠੀਕ ਹੈ। 4 ਸ਼ੇਰਾਂ ਵਾਲੀ ਮੂਰਤੀ ਜਿਹੜੇ ਕਹਿੰਦੇ ਹਾਂ ਅਸੀਂ, ਉਹ ਹੈ ਇਹ। ਅਗਲਾ ਕੁਐਸਚਨ, ਭਾਰਤ ਦੇ ਰਾਸ਼ਟਰੀ ਚਿੰਨ੍ਹ ਵਿੱਚ ਹੇਠ ਲਿਖੇ ਸ਼ਬਦ ਸੱਤਿਆਮੇਵ ਜਯਤੇ ਕਿੱਥੋਂ ਲਏ ਗਏ ਹਨ?
ये भी बहुत इंपॉर्टेंट है आ जाता। ये ਜਿਹੜਾ ਆਪਣਾ ਕੁਐਸਚਨ ਹੈ ਇਹ ਕਾफ़ी ਵਾਰ एग्जाम ਵਿੱਚ ਆਇਆ ਹੋਇਆ, ਮੈਂ ਤੁਹਾਨੂੰ ਪਿੱਛੇ ਵੀ ਕਰਾਇਆ ਸੀਗਾ, ਠੀਕ ਹੈ। ਮੁੰਡਨਿਕ ਉਪਨਿਸ਼ਦ ਚੋਂ ਲਏ ਗਏ ਨੇ ਇਹ, ਠੀਕ ਹੈ। ਇਹ ਕੁਐਸਚਨ ਆ ਜਾਂਦਾ ਸੱਤਿਆਮੇਵ ਜਯਤੇ, ਇਹ ਐਂ ਵੀ ਆ ਜਾਂਦਾ ਸੱਤਿਆਮੇਵ ਜਯਤੇ ਕਿੱਥੇ ਹੈ, ਇਹ ਰਾਸ਼ਟਰੀ ਚਿੰਨ੍ਹ 'ਤੇ ਹੈ, 4 ਸ਼ੇਰਾਂ ਵਾਲੀ ਮੂਰਤੀ ਜਿਹੜੀ ਆਪਾਂ, ਠੀਕ ਹੈ, ਉਹਦੇ ਉੱਤੇ ਲਿਖਿਆ ਹੋਇਆ ਕਿੱਥੋਂ ਲਏ ਗਏ, ਮੁੰਡਨਿਕ ਉਪਨਿਸ਼ਦ ਚੋਂ, ਠੀਕ ਹੈ। ਅਗਲਾ ਕੁਐਸਚਨ ਆਪਣੇ ਕੋਲ, ਭਾਰਤ ਦੇ ਰਾਸ਼ਟਰੀ ਝੰਡੇ ਦੀ ਚੜਾਈ ਅਤੇ ਲੰਬਾਈ ਦਾ ਅਨੁਪਾਤ ਕੀ ਹੈ, ਬਹੁਤ ਇੰਪੋਰਟੈਂਟ ਹੈ ਇਹ ਵੀ ਕੁਐਸਚਨ, ਕਾफ़ी ਵਾਰ एग्जाम 'ਚ ਆ ਜਾਂਦਾ, 2:3 ਹੈ, ਠੀਕ ਹੈ। ਅਗਲਾ ਕੁਐਸਚਨ ਆਪਣੇ ਕੋਲ, ਭਾਰਤ ਦੇ ਰਾਸ਼ਟਰੀ ਝੰਡੇ ਵਿੱਚ ਦਰਸਾਏ ਚੱਕਰ ਵਿੱਚ ਕਿੰਨੀਆਂ ਜਿਹੜੀਆਂ ਸਪੋਕਸ ਹੁੰਦੀਆਂ ਤਾਰਾਂ ਹਨ, ਠੀਕ ਹੈ, ਉਹ ਦੱਸਣਾ। ਸਹੀ ਆਨਸਰ ਹੈ ਇਸ ਵਿੱਚ 24 15ਵਾਂ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ, ਠੀਕ ਹੈ। ਭਾਰਤ ਦੇ ਰਾਸ਼ਟਰੀ ਗਾਨ ਨੂੰ ਕਦੋਂ ਅਪਣਾਇਆ ਗਿਆ, ਇੰਪੋਰਟੈਂਟ ਹੈ ਇਹ, ਆ ਜਾਂਦਾ ਹੈ 24 ਜਨਵਰੀ 1950 ਨੂੰ, ਠੀਕ ਹੈ। ਅਗਲਾ ਕੁਐਸਚਨ, ਭਾਰਤ ਦੇ ਰਾਸ਼ਟਰੀ ਝੰਡੇ ਨੂੰ ਕਦੋਂ ਅਪਣਾਇਆ ਗਿਆ, ਪਤਾ ਹੀ ਹੋਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ, ਇਹ 22 ਜੁਲਾਈ 1947 ਨੂੰ ਸੀ, ਠੀਕ ਹੈ। ਅਗਲਾ ਕੁਐਸਚਨ, ਭਾਰਤ ਦਾ ਰਾਸ਼ਟਰੀ ਕੈਲੰਡਰ ਕਦੋਂ ਲਾਗੂ ਕੀਤਾ ਗਿਆ, ਇਹ ਵੀ ਇੰਪੋਰਟੈਂਟ ਕੁਐਸਚਨ ਹੈ, 22 ਮਾਰਚ 1957 ਨੂੰ ਰਾਸ਼ਟਰੀ ਕੈਲੰਡਰ ਜਿਹੜਾ ਲਾਗੂ ਕੀਤਾ ਗਿਆ। ਭਾਰਤ ਦੇ ਰਾਸ਼ਟਰੀ ਕੈਲੰਡਰ ਦੇ ਪਹਿਲੇ ਤੇ ਆਖਰੀ ਮਹੀਨੇ ਦਾ ਨਾਮ ਦੱਸਣਾ, ਪਹਿਲਾ ਮਹੀਨਾ ਆਪਣਾ ਚੇਤ ਹੈ ਅਤੇ ਲਾਸਟ ਵਾਲਾ ਫੱਗਣ ਹੈ। ਅਗਲਾ ਕੁਐਸਚਨ, ਭਾਰਤ ਦੇ ਰਾਸ਼ਟਰੀ ਝੰਡੇ ਦੇ ਚਿੱਟੇ ਰੰਗ ਦੀ ਪੱਟੀ ਵਿੱਚ ਦਿੱਤੀ ਗਈ ਚੱਕਰੀ ਦਾ ਰੰਗ ਕਿਹੜਾ ਹੈ, ਠੀਕ ਹੈ। ਜਿਹੜੀਆਂ ਲਾਈਨਾਂ ਹੁੰਦੀਆਂ ਉਹਨਾਂ ਦਾ ਰੰਗ ਕੀ ਹੈ, ਇਹ ਉਹ ਚੱਕਰ ਜਿਹੜਾ ਉਸਦਾ ਬਲੂ ਹੈ, ਨੇਵੀ ਬਲੂ, ਠੀਕ ਹੈ। ਭਾਰਤ ਦੇ ਰਾਸ਼ਟਰੀ ਚਿੰਨ੍ਹ ਵਿੱਚ ਕਿੰਨੇ ਸ਼ੇਰ ਦਿਖਾਈ ਦਿੰਦੇ ਹਨ, ਰਾਸ਼ਟਰੀ ਚਿੰਨ੍ਹ 'ਚ ਦੱਸਣਾ ਆਪਾਂ ਨੇ ਕਿੰਨੇ ਸ਼ੇਰ ਦਿਖਾਈ ਦਿੰਦੇ ਆ। ਸਹੀ ਆਨਸਰ ਹੈ ਜਿਹੜਾ 3 ਸ਼ੇਰ ਦਿਖਾਈ ਦਿੰਦੇ ਆ, ਇੱਕ ਸ਼ੇਰ ਹੈ ਜਿਹੜਾ ਉਹ ਪਿੱਛੇ ਹੁੰਦਾ ਹੈ, ਹੁੰਦੇ 4 ਸ਼ੇਰ ਹੈ, ਪਰ ਜੇ ਆਪਾਂ ਨੂੰ ਕੁਐਸਚਨ ਆ ਜਾਵੇ ਕਿੰਨੇ ਸ਼ੇਰ ਦਿਖਾਈ ਦਿੰਦੇ ਆ, ਫਿਰ ਆਊਗਾ 3 ਆਨਸਰ, ਜੇ ਆ ਜਾਵੇ ਕਿੰਨੇ ਸ਼ੇਰ ਹੁੰਦੇ ਹਨ ਫਿਰ ਆਉਣਾ ਆਨਸਰ 4, ਠੀਕ ਹੈ। ਇਸ ਕਨਫਿਊਜ਼ ਨਾ ਹੋਏ, ਕੁਐਸਚਨ ਇੰਪੋਰਟੈਂਟ ਹੈ। ਭਾਰਤ ਦੇ ਰਾਸ਼ਟਰੀ ਝੰਡੇ ਨੂੰ ਸਭ ਤੋਂ ਪਹਿਲਾਂ ਕਿੱਥੇ ਲਹਿਰਾਇਆ ਗਿਆ, ਭਾਰਤ ਦੇ ਰਾਸ਼ਟਰੀ ਝੰਡੇ ਨੂੰ ਸਭ ਤੋਂ ਪਹਿਲਾਂ ਕਿੱਥੇ ਲਹਿਰਾਇਆ ਗਿਆ, ਸਹੀ ਆਨਸਰ ਦੱਸਣਾ ਤੁਸੀਂ, ਇਹ ਸੰਸਦ ਭਵਨ ਵਿਖੇ। ਅਗਲਾ ਕੁਐਸਚਨ ਆਪਣੇ ਕੋਲ, ਭਾਰਤੀ ਝੰਡਾ ਕਿਸ ਕੱਪੜੇ ਦਾ ਬਣਿਆ ਹੋਇਆ ਹੈ, ਠੀਕ ਹੈ। ਇਹ ਹੈ ਸੂਤੀ ਪੋਪਲੀਨ ਕੱਪੜੇ ਦਾ ਜਿਹੜਾ ਬਣਿਆ ਹੁੰਦਾ ਹੈ, ਠੀਕ ਹੈ। ਭਾਰਤ ਦੇ ਪੂਰੇ ਰਾਸ਼ਟਰੀ ਗੀਤ ਨੈਸ਼ਨਲ ਐਂਥਮ ਨੂੰ ਗਾਉਣ ਵਿੱਚ ਲਗਭਗ ਕਿੰਨਾ ਸਮਾਂ ਲੱਗਦਾ ਹੈ, ਠੀਕ ਹੈ। ਇਹ ਪਤਾ ਹੋਣਾ ਚਾਹੀਦਾ ਤੁਹਾਨੂੰ, 52 ਸੈਕਿੰਡ ਦਾ। ਇਹ ਕੁਐਸਚਨ ਕਾफ़ੀ ਵਾਰ ਰਿਪੀਟ ਹੋਇਆ ਐਗਜ਼ਾਮ 'ਚ। ਭਾਰਤ ਦੇ ਰਾਸ਼ਟਰੀ ਗੀਤ ਦੇ 5 ਸ਼ਲੋਕਾਂ ਵਿੱਚੋਂ ਸੁਰੱਖਿਆ ਸੈਨਾ ਦੇ ਕਿੰਨੇ ਸ਼ਲੋਕ ਜਿਹੜੇ ਅਪਣਾਏ ਗਏ ਹੈ, ਠੀਕ ਹੈ, ਇਹ ਦੱਸਣਾ ਆਪਾਂ ਨੇ। ਇਹ ਹੈ ਕੇਵਲ ਪਹਿਲਾ ਸ਼ਲੋਕ ਜਿਹੜਾ ਅਪਣਾਇਆ ਗਿਆ, ਠੀਕ ਹੈ। ਅੱਗੇ ਆ ਜੋ, ਮੁੰਡਨਿਕ ਉਪਨਿਸ਼ਦ ਵਿੱਚੋਂ ਲਏ ਗਏ, ਦੁਬਾਰਾ ਫਿਰ ਰਿਪੀਟ ਹੋਇਆ ਕੁਐਸਚਨ, ਸੱਤਿਆਮੇਵ ਜਯਤੇ ਦਾ ਸੰਬੰਧ ਕਿਸ ਨਾਲ ਹੈ, ਭਾਰਤ ਦੇ ਰਾਸ਼ਟਰੀ ਚਿੰਨ੍ਹ ਦੇ ਹੇਠਾਂ ਜਿਹੜਾ ਸ਼ੇਰਾਂ ਵਾਲੀ ਮੂਰਤੀ ਜਿਹੜੀ ਆਪਣੀ, ਉਸਦੇ ਹੇਠਾਂ ਇੱਥੇ ਸੱਤਿਆਮੇਵ ਜਯਤੇ ਲਿਖਿਆ ਹੁੰਦਾ ਹੈ, ਠੀਕ ਹੈ। ਇਹ ਕਿੱਥੋਂ ਲਿਆ ਗਿਆ ਹੈ, ਮੁੰਡਨਿਕ ਉਪਨਿਸ਼ਦ 'ਚੋਂ। ਇਹ ਕੁਐਸਚਨ ਬਾਰ-ਬਾਰ ਰਿਪੀਟ ਹੁੰਦਾ, ਯਾਦ ਰੱਖਿਓ ਇਸ ਨੂੰ। ਬੰਦੇ ਮਾਤਰਮ ਸਭ ਤੋਂ ਪਹਿਲਾਂ ਕਿਸ ਵਿੱਚ ਪ੍ਰਕਾਸ਼ਿਤ ਹੋਇਆ, ਬੰਦੇ ਮਾਤਰਮ ਸੀ ਜਿਹੜਾ ਸਭ ਤੋਂ ਪਹਿਲਾਂ ਆਨੰਦ ਮੱਠ ਵਿੱਚ ਵੀ ਜਿਹੜਾ ਪ੍ਰਕਾਸ਼ਿਤ ਹੋਇਆ ਸੀ, ਠੀਕ ਹੈ। ਅਗਲਾ ਕੁਐਸਚਨ ਆਪਣੇ ਕੋਲ, ਰਾਸ਼ਟਰੀ ਗਾਨ ਸਭ ਤੋਂ ਪਹਿਲਾਂ ਕਦੋਂ ਗਾਇਆ ਗਿਆ, ਰਾਸ਼ਟਰੀ ਗਾਨ ਜਿਹੜਾ ਸਭ ਤੋਂ ਪਹਿਲਾਂ 1911 ਦੇ ਵਿੱਚ ਗਾਇਆ ਗਿਆ ਸੀ, ਠੀਕ ਹੈ। ਨੈਸ਼ਨਲ ਐਂਥਮ ਬੋਲਦੇ ਜਿਸ ਨੂੰ ਆਪਾਂ ਜਨ ਗਣ ਮਨ, ਉਸ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਰਾਸ਼ਟਰੀ ਗਾਨ ਅਤੇ ਰਾਸ਼ਟਰੀ ਗੀਤ 'ਚ ਇਸ ਨੂੰ ਕਨਫਿਊਜ਼ ਨਾ ਕਰਿਓ। ਅਗਲਾ ਕੁਐਸਚਨ ਆਪਣੇ ਕੋਲ, ਭਾਰਤ ਦਾ ਰਾਸ਼ਟਰੀ ਕੈਲੰਡਰ ਕਿਸ ਯੁੱਗ 'ਤੇ ਆਧਾਰਿਤ ਹੈ, ਠੀਕ ਹੈ। ਸਾਕਾ ਈਰਾ 'ਤੇ ਜਿਹੜਾ ਇਹ ਕੈਲੰਡਰ ਜਿਹੜਾ ਆਪਣਾ ਆਧਾਰਿਤ ਹੈ, ਠੀਕ ਹੈ। ਅਗਲਾ ਕੁਐਸਚਨ, ਭਾਰਤ ਦੇ ਰਾਸ਼ਟਰੀ ਗਾਨ ਵਿੱਚ ਸਭ ਤੋਂ ਪਹਿਲਾਂ ਕਿਸ ਪ੍ਰਾਂਤ ਦਾ ਵਰਣਨ ਆਉਂਦਾ ਹੈ, ਇਹ ਦੱਸਣਾ ਆਪਾਂ ਨੇ, ਕਿਸ ਪ੍ਰਾਂਤ ਦਾ ਵਰਣਨ ਜਿਹੜਾ ਸਭ ਤੋਂ ਪਹਿਲਾਂ ਆਉਂਦਾ ਹੈ, ਇਹ ਹੈ ਪੰਜਾਬ, ਸਿੰਧ, ਗੁਜਰਾਤ, ਮਰਾਠਾ, ਠੀਕ ਹੈ। ਉਸ ਵਿੱਚ ਸਭ ਤੋਂ ਪਹਿਲਾਂ ਪੰਜਾਬ ਦਾ ਵਰਣਨ ਆਉਂਦਾ ਹੈ, ਠੀਕ ਹੈ। ਕੁਐਸਚਨ ਨੰਬਰ 30 ਕੁਐਸਚਨ ਹੋ ਗਿਆ, ਆਪਾਂ ਸਪੀਡ ਨਾਲ ਕਰ ਰਹੇ ਹਾਂ ਕਿਉਂਕਿ ਮਤਲਬ ਜ਼ਿਆਦਾ ਟਾਈਮ ਨਹੀਂ ਲਾ ਰਹੇ, ਠੀਕ ਹੈ। ਭਾਰਤ ਦੇ ਰਾਸ਼ਟਰੀ ਗਾਨ ਵਿੱਚ ਕਿੰਨੀਆਂ ਨਦੀਆਂ ਦਾ ਜ਼ਿਕਰ ਆਉਂਦਾ ਹੈ, 2 ਨਦੀਆਂ ਦਾ ਜਿਹੜਾ ਜ਼ਿਕਰ ਆਉਂਦਾ ਹੈ ਭਾਰਤ ਦੇ ਰਾਸ਼ਟਰੀ ਗਾਨ ਵਿੱਚ, ਠੀਕ ਹੈ। ਭਾਰਤ ਦੇ ਰਾਸ਼ਟਰੀ ਚਿੰਨ੍ਹ ਵਿੱਚ ਕਿੰਨੇ ਸਮੁੰਦਰਾਂ ਦਾ ਵਰਣਨ ਹੈ, ਸਿਰਫ 1, ਠੀਕ ਹੈ। ਭਾਰਤ ਦੇ ਰਾਸ਼ਟਰੀ ਗਾਨ ਵਿੱਚ 1 ਸਮੁੰਦਰ ਦਾ ਵਰਣਨ ਹੈ, ਠੀਕ ਹੈ। ਭਾਰਤ ਦੇ ਰਾਸ਼ਟਰੀ ਝੰਡੇ ਵਿੱਚ ਚਿੱਟਾ ਰੰਗ ਕਿਸ ਚੀਜ਼ ਦਾ ਪ੍ਰਤੀਕ ਹੈ, ਇਹ ਦੱਸਣਾ ਤੁਸੀਂ। ਚਿੱਟਾ ਰੰਗ ਹੈ ਜਿਹੜਾ ਸੱਚਾਈ ਅਤੇ ਸ਼ਾਂਤੀ ਦਾ ਪ੍ਰਤੀਕ ਹੈ, ਠੀਕ ਹੈ। ਭਾਰਤੀ ਰਾਸ਼ਟਰੀ ਕੈਲੰਡਰ ਅਨੁਸਾਰ ਪਹਿਲੀ ਚੇਤਨ ਦਾ ਕਦੋਂ ਸ਼ੁਰੂ ਹੁੰਦਾ ਹੈ, ਪਹਿਲੀ ਚੇਤਨ ਦਾ ਦਿਨ ਜਿਹੜਾ ਕਦੋਂ ਸ਼ੁਰੂ ਹੁੰਦਾ ਹੈ ਦੱਸਣਾ ਆਪਾਂ ਨੇ, ਠੀਕ ਹੈ। ਸਧਾਰਨ ਸਾਲ ਵਿੱਚ 22 ਮਾਰਚ ਅਤੇ ਲੀਪ ਦੇ ਸਾਲ ਵਿੱਚ 21 ਮਾਰਚ ਨੂੰ ਜਿਹੜਾ ਆਪਣੇ ਦੇਸੀ ਮਹੀਨੇ ਦੇ ਹਿਸਾਬ ਨਾਲ ਜਿਹੜਾ ਕੈਲੰਡਰ ਹੈ ਉਹ ਸ਼ੁਰੂ ਹੁੰਦਾ ਹੈ, ਠੀਕ ਹੈ। ਅਗਲਾ ਕੁਐਸਚਨ ਆਪਣੇ ਕੋਲ, ਭਾਰਤ ਦਾ ਰਾਸ਼ਟਰੀ ਗਾਨ ਛੋਟਾ ਰੂਪ ਵਿੱਚ ਜਿਸ ਵਿੱਚ ਪਹਿਲੀਆਂ ਅਤੇ ਆਖਰੀ ਲਾਈਨਾਂ ਸ਼ਾਮਿਲ ਹੋਣ ਨੂੰ ਗਾਉਣ ਵਿੱਚ ਕਿੰਨਾ ਸਮਾਂ ਲੱਗਦਾ ਹੈ, ਮਤਲਬ ਕਿ ਪਹਿਲੀਆਂ ਅਤੇ ਆਖਰੀ ਲਾਈਨਾਂ ਜਿਹੜਾ ਛੋਟਾ ਰੂਪ ਹੈ ਉਹ 20 ਸੈਕਿੰਡ ਵਿੱਚ ਜਿਹੜਾ ਗਾਇਆ ਜਾਂਦਾ, ਠੀਕ ਹੈ। ਅਗਲਾ ਕੁਐਸਚਨ ਆਪਣੇ ਕੋਲ, ਚਿੱਤੇ ਨੂੰ ਰਾਸ਼ਟਰੀ ਜਾਨਵਰ ਅਪਣਾਏ ਜਾਣ ਤੋਂ ਪਹਿਲਾਂ ਰਾਸ਼ਟਰੀ ਜਾਨਵਰ ਕਿਹੜਾ ਸੀ, ਚਿੱਤੇ ਨੂੰ ਰਾਸ਼ਟਰੀ ਜਾਨਵਰ ਅਪਣਾਏ ਜਾਣ ਤੋਂ ਪਹਿਲਾਂ ਆਪਣਾ ਰਾਸ਼ਟਰੀ ਜਾਨਵਰ ਸੀ ਉਹ ਸੀ ਸ਼ੇਰ, ਠੀਕ ਹੈ। ਇਹ ਆਪਣੇ 35। ਅਗਲਾ ਕੁਐਸਚਨ ਆਪਣੇ ਕੋਲ ਇੱਥੇ, ਰਾਸ਼ਟਰੀ ਗਾਨ ਜਿਹੜਾ ਆਪਾਂ ਨੇ ਦੱਸਣਾ ਹੈ, ਠੀਕ ਹੈ। ਸ਼ੋ ਨਹੀਂ ਹੋ ਰਿਹਾ ਸੀ, ਮੈਂ ਦੁਬਾਰਾ ਥੋੜ੍ਹਾ ਦਿਖਾ ਦੇਣਾ ਤੁਹਾਨੂੰ। ਰਾਸ਼ਟਰੀ ਗਾਨ ਦੇ ਲੇਖਕ ਨੂੰ ਇਸ ਨੂੰ ਕੀ ਸਿਰਲੇਖ ਦਿੱਤਾ ਸੀ, ਜਿਹੜਾ ਮਤਲਬ ਕਿ ਜਿਹੜਾ ਰਾਸ਼ਟਰੀ ਗਾਨ ਜਦੋਂ ਬਣਿਆ ਸੀ ਨੈਸ਼ਨਲ ਐਂਥਮ, ਉਸ ਦੇ ਲੇਖਕ ਸੀ ਜਿਹੜੇ ਉਹਨਾਂ ਨੇ ਇਹਨੂੰ ਕੀ ਸਿਰਲੇਖ ਦਿੱਤਾ ਸੀ, ਫਰੀडम सॉन्ग ऑफ इंडिया,
ਭਾਰਤ ਦੀ ਸੁਤੰਤਰਤਾ ਦਾ ਗੀਤ ਇਹ ਦਿੱਤਾ ਸੀ। ਠੀਕ ਹੈ, ਅਗਲਾ ਕੁਐਸਚਨ ਆਪਣੇ ਕੋਲ ਭਾਰਤ ਵਿੱਚ ਬਾਲ ਦਿਵਸ ਕਦੋਂ ਮਨਾਇਆ ਜਾਂਦਾ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ, ਪਿੱਛੇ ਜੇ ਹੁਣੇ ਜੇ ਲੰਘ ਕੇ ਹਟਿਆ 14 ਨਵੰਬਰ। ਇਹ ਕੁਐਸਚਨ ਕਿਸੇ ਨਾ ਕਿਸੇ ਐਗਜ਼ਾਮ 'ਚ ਜਿਹੜਾ ਪੱਕਾ ਆ ਸਕਦਾ ਕਿਉਂਕਿ ਲੇਟੈਸਟ ਸੀ ਆਪਣੇ ਕਰੰਟ ਨਾਲ ਰਿਲੇਟਡ। ਅਗਲਾ ਕੁਐਸਚਨ ਭਾਰਤ ਦੇ ਰਾਸ਼ਟਰੀ ਕੈਲੰਡਰ ਵਿੱਚ ਕਿੰਨੇ ਮਹੀਨੇ ਹੈ, ਸੇਮ 12 ਹੀ ਮਹੀਨੇ ਹੈ ਆਪਣੇ ਦੂਜੇ ਕੈਲੰਡਰ ਦੇ ਵਾਂਗ। ਠੀਕ ਹੈ, ਚਾਰ ਮੀਨਾਰ ਕਿਸ ਸ਼ਹਿਰ ਵਿੱਚ ਸਥਿਤ ਹੈ, ਚਾਰ ਮੀਨਾਰ ਜਿਹੜਾ ਇਹ ਹੈਦਰਾਬਾਦ ਵਿਖੇ ਜਿਹੜਾ ਸਥਿਤ ਹੈ। ਠੀਕ ਹੈ, ਅਗਲਾ ਕੁਐਸਚਨ ਆਪਣੇ ਕੋਲ ਇਹਨਾਂ ਵਿੱਚੋਂ ਕਿਸ ਖੇਤਰ ਨੂੰ ਪਹਿਲਾਂ ਕਲਿੰਗਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਹੇਠਾਂ ਵਾਲੇ ਚਾਰ ਆਪਸ਼ਨਾਂ ਦੱਸਣਾ ਤੁਸੀਂ। ਇਸ ਦਾ ਸਹੀ ਆਨਸਰ ਹੋਵੇਗਾ ਉੜੀਸਾ। ਉੜੀਸਾ ਨੂੰ ਪਹਿਲਾਂ ਜਿਹੜਾ ਕਲਿੰਗਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਠੀਕ ਹੈ, ਭਾਰਤ ਦਾ ਅਧਿਆਪਕ ਦਿਵਸ ਕਦੋਂ ਮਨਾਇਆ ਜਾਂਦਾ ਹੈ, ਇਹ ਵੀ ਇੰਪੋਰਟੈਂਟ ਹੈ, ਆ ਜਾਂਦਾ ਐਗਜ਼ਾਮ ਵਿੱਚ। 5 ਸਤੰਬਰ ਨੂੰ ਜਿਹੜਾ ਹੈ ਟੀਚਰਸ ਡੇ ਮਨਾਇਆ ਜਾਂਦਾ ਹੈ। ਠੀਕ ਹੈ, ਭਾਰਤ ਰਤਨ ਦਾ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਇਸਤਰੀ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਪਹਿਲੀ ਇਸਤਰੀ ਸੀ ਜਿਹੜੀ ਭਾਰਤ ਰਤਨ, ਉਹ ਇੰਦਰਾ ਗਾਂਧੀ ਆਪਣੇ ਪੁਰਾਣੇ PM ਸੀ ਜਿਹੜੇ, ਉਹਨਾਂ ਨੂੰ ਮਿਲਿਆ ਸੀ। ਇਹ ਵੀ ਕੁਐਸਚਨ ਕਦੇ ਕਦੇ ਦੇਖਣ ਨੂੰ ਮਿਲਿਆ ਹੈ ਕਿ ਸਰੋਜਨੀ ਨਾਇਡੂ ਕੌਣ ਸੀ, ਸਰੋਜਨੀ ਨਾਇਡੂ ਜਿਹੜੇ ਇੱਕ ਕਵਿੱਤਰੀ ਸੀ। ਠੀਕ ਹੈ, ਅਗਲਾ ਕੁਐਸਚਨ ਆਪਣੇ ਕੋਲ ਭਾਰਤ ਵਿੱਚ ਕਿਸੇ ਗਵਰਨਰ ਦੇ ਰਾਜ ਵਿੱਚ ਬਣਨ ਵਾਲੀ ਪਹਿਲੀ ਇਸਤਰੀ। ਠੀਕ ਹੈ, ਭਾਰਤ ਵਿੱਚ ਕਿਸੇ ਰਾਜ ਦੀ ਗਵਰਨਰ ਜਿਹੜੀ ਬਣਨ ਵਾਲੀ ਪਹਿਲੀ ਇਸਤਰੀ ਕੌਣ ਸੀ, ਬਹੁਤ ਜ਼ਿਆਦਾ ਕੁਐਸਚਨ ਇੰਪੋਰਟੈਂਟ ਹੈ, ਇਹ ਕਾਫੀ ਵਾਰ ਆਇਆ, ਉਹ ਸੀ ਸਰੋਜਨੀ ਨਾਇਡੂ। ਕਾਫੀ ਵਾਰ ਐਗਜ਼ਾਮ ਵਿੱਚ ਰਿਪੀਟ ਹੋਇਆ ਇਹ ਕੁਐਸਚਨ, ਤਾਂ ਯਾਦ ਰੱਖਿਓ ਪੱਕਾ ਇਸ ਨੂੰ। ਸਾਹਿਤ ਦੇ ਖੇਤਰ ਵਿੱਚ ਮਹਾਨ ਇਸਤਰੀਆਂ ਜਿਸ ਨੂੰ ਭਾਰਤ ਦੀ ਕੋਇਲਾ ਨਾਈਟਿੰਗਲ ਆਫ ਦਾ ਇੰਡੀਆ ਵੀ ਕਿਹਾ ਜਾਂਦਾ ਹੈ, ਕੌਣ ਸੀ, ਇਹ ਵੀ ਸਰੋਜਨੀ ਨਾਇਡੂ ਸੀ। ਠੀਕ ਹੈ, ਬਹੁਤ ਇੰਪੋਰਟੈਂਟ ਹੈ, ਇਹ ਵੀ ਯਾਦ ਰੱਖਿਓ। ਆਰਤੀ ਪ੍ਰਧਾਨ ਵਿਸ਼ਵ ਵਿੱਚ ਪਹਿਲੀ ਇਸਤਰੀ ਸੀ ਜਿਸ ਨੇ ਤੈਰ ਕੇ ਜਿਹੜੀ ਪਾਰ ਕੀਤਾ ਸੀ, ਕਿਸ ਚੀਜ਼ ਨੂੰ ਪਾਰ ਕੀਤਾ ਸੀ, ਉਹ ਦੱਸਣਾ ਆਪਾਂ ਨੇ। ਠੀਕ ਹੈ, ਇਹ ਹੈ ਜਿਬਰਲਾਟਰ ਦੀ ਖਾੜੀ। ਠੀਕ ਹੈ, ਇਹ ਕੁਐਸਚਨ। ਅਗਲਾ ਕੁਐਸਚਨ ਆਪਣੇ ਕੋਲ, ਜੇਕਰ ਤੁਸੀਂ ਸਾਲਾਰਜੰਗ ਅਜਾਇਬ ਘਰ ਦੇਖਣਾ ਹੋਵੇ ਤਾਂ ਤੁਸੀਂ ਕਿਸ ਸ਼ਹਿਰ ਵਿੱਚ ਜਾਓਗੇ, ਬਸ ਇਹਨਾਂ ਦਾ ਘੁਮਾ ਕੇ ਕੁਐਸਚਨ ਪਾਇਆ ਹੋਇਆ, ਬਸ ਪੁੱਛਣ ਦਾ ਮਤਲਬ ਕਿ ਸਾਲਾਰਜੰਗ ਅਜਾਇਬ ਘਰ ਜਿਹੜਾ ਕਿੱਥੇ ਹੈ, ਉਹ ਹੈ ਹੈਦਰਾਬਾਦ ਵਿਖੇ। ਠੀਕ ਹੈ, ਹੈਦਰਾਬਾਦ ਵਿਖੇ ਰਾਸ਼ਟਰੀ ਪੁਲਿਸ ਅਕਾਦਮੀ ਜਿਹੜੀ ਨੈਸ਼ਨਲ ਪੁਲਿਸ ਅਕੈਡਮੀ ਹੈ, ਠੀਕ ਹੈ, ਕਿਸ ਦੇ ਨਾਂ ਨਾਲ ਸੰਬੰਧਿਤ ਹੈ, ਸਰਦਾਰ ਪਟੇਲ ਦੇ ਨਾਮ ਨਾਲ ਹੈ। ਠੀਕ ਹੈ, ਨੈਸ਼ਨਲ ਪੁਲਿਸ ਅਕੈਡਮੀ ਜਿਹੜੀ ਸਰਦਾਰ ਪਟੇਲ ਦੇ। ਭਾਰਤ ਦਾ ਪਹਿਲਾ ਗ੍ਰਹਿ ਮੰਤਰੀ ਕੌਣ ਸੀ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਵੱਲਭ ਭਾਈ ਪਟੇਲ ਸੀਗੇ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ। ਠੀਕ ਹੈ, ਜਿਨ੍ਹਾਂ ਦੇ ਨਾਮ ਤੇ ਹੀ ਨੈਸ਼ਨਲ ਪੁਲਿਸ ਅਕੈਡਮੀ ਬਣੀ ਹੋਈ ਹੈ। 50ਵਾਂ ਕੁਐਸਚਨ ਆ ਗਿਆ ਹੁਣ ਆਪਣਾ। 50ਵਾਂ ਕੁਐਸਚਨ ਹੈ, ਜੇ ਤੁਸੀਂ ਗੋਲਕੰਡਾ ਜਿਹੜਾ ਦੇਖਣਾ ਚਾਹੋ ਤਾਂ ਤੁਸੀਂ ਕਿਸ ਪ੍ਰਾਂਤ ਤੋਂ ਜਾਓਗੇ। ਠੀਕ ਹੈ, ਗੋਲਕੰਡਾ ਦੱਸਣਾ ਆਪਾਂ ਨੇ ਕਿੱਥੇ ਹੈ, ਇਹ ਹੈ ਆਂਧਰਾ ਪ੍ਰਦੇਸ਼ ਵਿਖੇ। ਠੀਕ ਹੈ, ਅਗਲਾ ਕੁਐਸਚਨ, ਰਾਸ਼ਟਰੀ ਝੰਡਾ ਦਿਵਸ ਕਦੋਂ ਮਨਾਇਆ ਜਾਂਦਾ ਹੈ, ਇੰਪੋਰਟੈਂਟ ਕੁਐਸਚਨ ਹੈ ਵੀ। ਰਾਸ਼ਟਰੀ ਝੰਡਾ ਦਿਵਸ ਹੈ ਜਿਹੜਾ ਆਪਣਾ 7 ਦਸੰਬਰ ਨੂੰ ਮਨਾਇਆ ਜਾਂਦਾ ਹੈ। ਠੀਕ ਹੈ, ਇੰਪੋਰਟੈਂਟ ਹੈ, ਯਾਦ ਰੱਖਿਓ। ਆਰਮਡ ਫੋਰਸ ਫਲੈਗ ਡੇ। ਠੀਕ ਹੈ, ਯਾਦ ਰੱਖਿਓ, ਇੰਪੋਰਟੈਂਟ ਹੈ। ਭੂਦਾਨ ਲਹਿਰ, ਭੂਦਾਨ ਮੂਵਮੈਂਟ ਕਿਸ ਨੇ ਸ਼ੁਰੂ ਕੀਤੀ, ਇਹ ਵੀ ਬਹੁਤ ਇੰਪੋਰਟੈਂਟ ਹੈ। ਭੂਦਾਨ ਮੂਵਮੈਂਟ ਜਿਹੜੀ ਕਿਸ ਨੇ ਸ਼ੁਰੂ ਕੀਤੀ ਸੀ, ਉਹ ਸੀ ਵਿਨੋਬਾ ਭਾਵੇ। ਠੀਕ ਹੈ, ਵਿਨੋਬਾ ਭਾਵੇ ਨੇ ਭੂਦਾਨ ਮੂਵਮੈਂਟ ਜਿਹੜੀ ਸ਼ੁਰੂ ਕੀਤੀ ਸੀ। ਭਾਰਤ ਦਾ ਸਭ ਤੋਂ ਵੱਡਾ ਗਿਰਜਾਘਰ ਕਿੱਥੇ ਸਥਿਤ ਹੈ, ਇੰਪੋਰਟੈਂਟ ਹੈ ਵੀ, ਗੋਆ ਵਿਖੇ।